ਲੈਸਨ ਨੰਬਰ 3 ਤੇ ਪਹੁੰਚ ਗਏ ਹਾਂ ਜੀ ਤੁਹਾਡੇ ਕੋਲ। ਠੀਕ ਹੈ ਜੀ। ਸੋ ਥੋੜ੍ਹੀ ਦੇਰ ਲੱਗ ਗਈ ਇਸ ਵੀਡੀਓ ਨੂੰ ਆਉਣ ਨੂੰ, ਪਰ ਚਲੋ ਕੋਈ ਗੱਲ ਨਹੀਂ, ਤੁਹਾਡੇ ਕੋਲ ਜਿਹੜਾ ਹੈਗਾ ਹੈ ਜਦੋਂ ਵੀ ਆ ਜੇ ਅੱਛਾ ਹੀ ਹੁੰਦਾ ਤੁਹਾਡੇ ਕੋਲ। ਠੀਕ ਹੈ ਜੀ। ਸੋ ਜਿਹੜਾ ਹੈਗਾ ਤੁਹਾਡੇ ਕੋਲ ਪਿਛਲੇ 2 ਲੈਕਚਰਸ ਜੋ ਤੁਸੀਂ ਕਨਸੈਪਟ ਪੜ੍ਹੇ ਸੀਗੇ, ਉਹ ਕਨਸੈਪਟ ਨੂੰ ਆਪਾਂ ਕੁਐਸਚਨਸ ਦੇ ਨਾਲ ਡਿਵੈਲਪ ਕਰਾਂਗੇ। ਜਿਹੜੀਆਂ ਡੈਫੀਨੇਸ਼ਨਸ ਤੁਸੀਂ ਪੜ੍ਹੀਆਂ ਹੋਈਆਂ ਨੇ, ਉਹਨਾਂ ਡੈਫੀਨੇਸ਼ਨਸ ਨੂੰ ਯੂਜ਼ ਕਰਕੇ ਅੱਜ ਕੁਐਸਚਨਸ ਦੇਖਦੇ ਹਾਂ। ਮਤਲਬ ਮੈਂ ਟਰਡੀਸ਼ਨਲੀ ਕੁਐਸਚਨ ਕਰਾਊਂਗਾ, ਕਿਉਂਕਿ ਮੇਰਾ ਪਰਪਸ ਹੈ ਜਿਹੜਾ ਉਹ ਮੈਥਡ ਡਿਵੈਲਪ ਕਰਨਾ ਹੈ। ਉਸ ਤੋਂ ਬਾਅਦ ਉਹ MCQ 'ਚ ਕਿਵੇਂ ਆਉਂਦਾ ਮੈਂ ਤੁਹਾਨੂੰ ਦੱਸ ਦੂੰਗਾ। ਉਸ ਤੋਂ ਬਾਅਦ ਜੇ ਮਤਲਬ 7-8 ਲੈਕਚਰ ਅਸੀਂ ਕਰ ਲੈਂਦੇ ਹਾਂ, ਉਸ ਤੋਂ ਬਾਅਦ ਫਿਰ ਪਿਓਰਲੀ MCQ ਜਦੋਂ ਰਲੇ ਮਿਲੇ ਟੌਪਿਕਸ 'ਤੇ, ਉਸ ਤੋਂ ਬਾਅਦ ਮੈਂ ਇਹਦੇ 25-30 MCQ ਤੁਹਾਨੂੰ ਮੋਸਟ ਇੰਪੋਰਟੈਂਟ ਕਰਵਾ ਦੂੰਗਾ, ਅਤੇ ਨੰਬਰ ਥਿਊਰੀ ਦਾ ਕੰਮ ਆਪਣਾ ਓਕੇ ਹੋ ਜਾਣਾ। ਮਤਲਬ ਕੁਐਸਚਨ 2-3 ਨੰਬਰਾਂ ਦਾ ਨਹੀਂ ਹੁੰਦਾ, ਕੁਐਸਚਨ ਹੁੰਦਾ ਕਈ ਵਾਰ 1 ਨੰਬਰ ਕਰਕੇ ਆਪਣੀ ਜੋਬ ਰਹਿ ਜਾਂਦੀ ਹੈ। ਅਤੇ ਮੇਨ ਚੀਜ਼ ਹੈ ਨੰਬਰ ਥਿਊਰੀ ਜ਼ਿਆਦਾ ਟਾਈਮਿੰਗ ਨਹੀਂ ਲੈਂਦੀ ਹੈਗੀ। ਠੀਕ ਹੈ ਜੀ। ਬਾਕੀ ਸਟੈਟਿਸਟਿਕਸ, ਡਾਇਨਾਮਿਕਸ, ਗਰੁੱਪ ਥਿਊਰੀ, ਇਹ ਜੋ ਤੁਹਾਡੀਆਂ ਫੀਡਬੈਕ ਆ ਰਹੀਆਂ ਨੇ ਵੀ ਇਹ ਵਾਲੇ ਵੀਡੀਓ ਬਣਾਓ, ਠੀਕ ਹੈ, ਡੈਫੀਨੇਟਲੀ ਜੇ ਟਾਈਮ ਮਿਲਿਆ, ਓਨੀ ਦੂਰ ਪੇਪਰ ਚਲਾ ਗਿਆ ਤਾਂ ਸ਼ਿਓਰਲੀ ਤੁਹਾਨੂੰ ਇਹ ਵੀਡੀਓ ਮਿਲਣਗੇ ਤੁਹਾਡੇ ਕੋਲ। ਠੀਕ ਹੈ ਜੀ। ਸੋ ਕੁਐਸਚਨ ਤੁਹਾਡੀ ਸਕਰੀਨ ਦੇ ਉੱਤੇ ਹੈ ਜੀ। ਇਫ A and B ਆਰ ਰਿਲੇਟਿਵਲੀ ਪ੍ਰਾਈਮ ਦੈਨ ਕਾਮਨ ਡਿਵੀਜ਼ਰ ਆਫ AC and B ਇਜ਼ ਡਿਵੀਜ਼ਰ ਆਫ, ਹੈ ਨਾ। ਇਜ਼ ਡਿਵੀਜ਼ਰ ਆਫ ਮਾਨੇ ਉਰੇ ਤੁਸੀਂ ਚਾਹੇ ਆਪਸ਼ਨ 'ਚ A B C D ਐਵੇਂ ਆਪਾਂ ਆਪਸ਼ਨਸ ਬਣਾ ਕੇ ਮਲਟੀਪਲ ਕੁਐਸਚਨ ਬਣਾ ਲਾਂਗੇ। ਠੀਕ ਹੈ। ਹੁਣ A and B ਆਰ ਰਿਲੇਟਿਵਲੀ ਪ੍ਰਾਈਮ ਹੈ। ਸੋ ਰਿਲੇਟਿਵਲੀ ਪ੍ਰਾਈਮ ਦੀ ਜਿਹੜੀ ਡੈਫੀਨੇਸ਼ਨ ਹੈ, ਉਹਦੇ ਵਿੱਚ ਤੁਹਾਡਾ GCD 1 ਹੁੰਦਾ। ਪਿਛਲਾ ਲੈਕਚਰ ਤੁਸੀਂ ਸਾਰਿਆਂ ਨੇ ਦੇਖਿਆ। ਅੱਗੇ GCD ਦੀ ਪ੍ਰੋਪਰਟੀ ਹੁੰਦੀ ਹੈ ਕਿ ਜਿਹੜਾ X ਅਤੇ Y ਐਗਜ਼ਿਸਟ ਕਰਦੇ ਨੇ, ਤੋ ਸੱਚ ਦੈਟ ਆ ਹੋ ਗਿਆ। ਠੀਕ ਹੈ ਜੀ। ਇਹ ਵੀ ਪੱਕਾ ਹੋ ਗਿਆ। ਉਸ ਤੋਂ ਬਾਅਦ ਕਹਿੰਦਾ ਕਾਮਨ ਡਿਵੀਜ਼ਰ ਆਫ AC ਐਂਡ B। ਮੰਨ ਲਓ D ਇੱਕ ਕਾਮਨ ਡਿਵੀਜ਼ਰ ਹੈ AC ਐਂਡ D ਹੀ B। ਕਾਮਨ ਤਾਂ ਹੀ ਹੋਏਗਾ ਨਾ, ਕਾਮਨ ਡਿਵੀਜ਼ਰ ਕਿਹਾ ਨਾ ਉਸਨੇ। ਦੇਖੋ ਆਪਾਂ ਇਹ ਟ੍ਰੈਡੀਸ਼ਨਲੀ ਲਿਖਣ ਦੀ ਪ੍ਰੈਕਟਿਸ ਨਹੀਂ ਕਰ ਰਹੇ, ਇਸ ਕਰਕੇ ਸਟੈਪ ਫਟਾਫਟ ਲਿਖ ਰਿਹਾ ਮੈਂ ਸ਼ਾਰਟ। ਨਹੀਂ ਤਾਂ ਆਪਾਂ ਜੇ ਮੰਨ ਲਓ ਇਹ ਥਿਓਰਮ ਕਰ ਰਹੇ ਹੋਈਏ ਸਿਲੇਬਸ ਦੀ, ਫਿਰ ਆਪਾਂ ਕਹਾਂਗੇ ਕਿ ਸਿੰਸ A and B ਆਰ ਰਿਲੇਟਿਵ ਪ੍ਰਾਈਮ ਦੇਅਰਫੋਰ ਬਾਈ ਡੈਫੀਨੇਸ਼ਨ ਦੇਅਰ GCD ਇਜ਼ 1। ਉਰੇ ਆਪਾਂ ਆਬਜੈਕਟਿਵ ਦੀ ਤਰ੍ਹਾਂ ਡੀਲ ਕਰ ਰਹੇ ਹਾਂ। ਪਤਾ ਹੈ ਤਾਂ ਪਤਾ ਹੈ, ਗੱਲ ਖਤਮ ਹੈ। A B ਕੋਮਾ, ਔਰ ਚਾਹੇ ਤੁਸੀਂ ਓਲੰਪੀਆਡ 'ਚ ਦੇਣਾ, ਚਾਹੇ ਤੁਸੀਂ ਇਹਦੇ ਵਿੱਚ ਦੇਣਾ, ਸਿਰਫ ਇੱਕ MSc ਨੂੰ ਛੱਡ ਕੇ ਬਾਕੀ ਸਾਰੀ ਥਾਂ 'ਤੇ ਆਬਜੈਕਟਿਵ ਹੀ ਹੈ ਇਹ ਤੁਹਾਡੇ ਕੋਲ। ਠੀਕ ਹੈ ਜੀ। ਸੋ A, B ਇਜ਼ ਇਕੁਅਲ ਟੂ ਆਪਾਂ 1 ਲੈ ਲਿਆ, ਤਾਂ ਇਹ ਆਪਣੇ ਕੋਲ ਥਿਓਰਮ ਹੈ, ਪਿਛਲੇ ਲੈਕਚਰ ਦੇਖੀਏ। ਔਰ ਜੇ ਤੁਸੀਂ ਕੰਟੀਨਿਊਸਲੀ ਦੇਖ ਰਹੇ ਹੋ ਤਾਂ ਡੈਫੀਨੇਟਲੀ ਤੁਸੀਂ ਹਰੇਕ ਕੁਐਸਚਨ ਨੂੰ ਅੱਛੀ ਤਰ੍ਹਾਂ ਫੋਲੋ ਕਰੋਗੇ। ਅਬ AC ਹੈ ਨਾ, ਤਾਂ ਇਹਦਾ ਮਤਲਬ AC ਇਜ਼ ਇਕੁਅਲ ਟੂ D ਇੰਟੂ ਸਮਥਿੰਗ, ਕੋਈ ਇੰਟੀਜਰ N1 ਕਰ ਲਾਂ। N1 ਇੰਟੀਜਰ ਹੁੰਦਾ। ਡਿਵਿਜ਼ਿਬਿਲਿਟੀ ਦੀ ਬੇਸਿਕ ਡੈਫੀਨੇਸ਼ਨ ਇਸੇ ਤਰ੍ਹਾਂ B ਇਜ਼ ਇਕੁਅਲ ਟੂ DN2 ਆ ਜਾਊਗਾ ਤੁਹਾਡੇ ਕੋਲ। ਹਾਂਜੀ, ਆਪਾਂ ਨੂੰ ਇਹ ਚੀਜ਼ ਵੀ ਪਤਾ ਲੱਗ ਗਈ ਜੀ ਤੁਹਾਡੇ ਕੋਲ। ਠੀਕ ਹੈ ਜੀ। ਹੁਣ ਜਿਹੜਾ ਕੁਐਸਚਨ ਹੈਗਾ ਤੁਹਾਡੇ ਕੋਲ, ਆਪਾਂ B ਤਾਂ ਲਿਖ ਲਿਆ, B ਇਜ਼ ਇਕੁਅਲ ਟੂ DN2, ਹੈ ਨਾ। ਹੁਣ ਆਹ ਇਕੁਏਸ਼ਨ ਪਈ ਹੈ, AC ਦੀ ਵੈਲਿਊ ਜਾ ਸਕਦੀ ਹੈ ਉੱਥੇ, ਪਰ ਜਿਹੜਾ ਹੈਗਾ ਉੱਥੇ C ਦੀ ਦਿੱਕਤ ਹੈਗੀ ਹੈ ਤੁਹਾਡੇ ਕੋਲ। ਠੀਕ ਹੈ ਜੀ। ਤਾਂ ਜਿਹੜੀ ਮੇਰੀ ਇਹਨੂੰ ਮੈਂ 1 ਕਹਿ ਲਾਂ, ਤਾਂ ਇਹਨੂੰ ਇੱਦਾਂ ਸੈੱਟ ਕਰ ਲਈਦਾ ਹੁੰਦਾ, ਇਹਨੂੰ C ਨਾਲ ਮਲਟੀਪਲਾਈ ਕਰ ਦਿਉ। ACX ਪਲੱਸ BCY ਇਜ਼ ਇਕੁਅਲ ਟੂ C ਆ ਗਿਆ। ਠੀਕ ਹੈ। AC ਦੀ ਵੈਲਿਊ ਆਪਾਂ ਕੀ ਫਿਲ ਕਰਤੀ, DN1 ਹੋ ਗਈ ਜੀ। ਸਹੀ ਹੈ। ਉਸ ਤੋਂ ਬਾਅਦ ਆਪਾਂ BC ਦੀ ਵੈਲਿਊ ਭਰਨੀ ਹੈ। C ਤਾਂ ਰੱਖ ਲਓ, B ਦੀ ਇਕੱਲੀ ਭਰ ਲਓ, DN2 Y ਇਜ਼ ਇਕੁਅਲ ਟੂ C ਹੋ ਗਿਆ ਜੀ। ਸੋ ਮੇਰਾ ਖਿਆਲ ਹੈ ਕੋਈ ਦਿੱਕਤ ਵਾਲੀ ਗੱਲਬਾਤ ਹੈ ਨਹੀਂ ਕਿ ਤੁਹਾਡੇ ਕੋਲ। ਮਤਲਬ ਆਪਾਂ ਜਿਹੜਾ ਹੈਗਾ ਦੇਖੋ, AC ਦੀ ਵੈਲਿਊ ਆਪਾਂ ਨੂੰ ਫੁੱਲ ਫਲੈਜ ਪਤਾ ਹੈ। ਹਾਂ ਜੀ। AC ਦੀ ਵੈਲਿਊ DN1 ਹੈਗੀ ਹੈ ਤੁਹਾਡੇ ਕੋਲ, ਪਤਾ ਹੈਗੀ ਹੈ ਤੁਹਾਡੇ ਕੋਲ। ਠੀਕ ਹੈ। ਅਤੇ ਜਿਹੜੀ ਦੂਸਰੀ ਵੈਲਿਊ ਹੈਗੀ ਹੈ ਤੁਹਾਡੇ ਕੋਲ, ਉਹਦੀ B ਦੀ ਇਕੱਲੀ ਪਤਾ, B ਦੀ ਇੱਥੇ ਫਿਲ ਕਰ ਦਿਓ ਬਸ। DN2 C ਹੈਗਾ, Y ਹੈਗਾ, ਆਹ ਵਾਲੀ ਚੀਜ਼ ਹੈਗੀ ਹੈ ਤੁਹਾਡੇ ਕੋਲ। ਅਤੇ ਜੇ ਇਸ ਚੀਜ਼ ਨੂੰ ਖਿਆਲ 'ਚ ਦੇਖੋ ਤਾਂ D ਤਾਂ ਕਾਮਨ ਨਿਕਲਦਾ ਪਿਆ। N1X DN2Y ਇਜ਼ ਇਕੁਅਲ ਟੂ C। ਇਹਦਾ ਮਤਲਬ ਕੀ ਹੈ, ਦੈਨ ਦਾ ਕਾਮਨ ਡਿਵੀਜ਼ਰ ਆਫ AC। ਕਾਮਨ ਡਿਵੀਜ਼ਰ ਆਪਾਂ ਕੀ ਲਿਆ, D ਇੰਟੂ ਸਮਥਿੰਗ ਇੰਟੀਜਰ, ਇਹਦਾ ਮਤਲਬ D ਡਿਵਾਈਡ C। ਤਾਂ D C ਨੂੰ ਡਿਵਾਈਡ ਕਰੂਗਾ, ਇਹਦਾ ਮਤਲਬ ਤੁਹਾਡੇ ਇੱਥੇ ਆਪਸ਼ਨ 'ਚ C ਆ ਜਾਏਗਾ ਤੁਹਾਡੇ ਕੋਲ। ਅਗਲਾ ਕੀ ਕਰੂਗਾ, ਅਗਲਾ ਆਬਜੈਕਟਿਵ ਟਾਈਪ ਕੁਐਸਚਨ ਪਾ ਦੂਗਾ, ਔਰ ਇੱਦਾਂ ਦਾ ਕੁਐਸਚਨ ਆਇਆ ਹੋਇਆ ਚੈੱਕ ਕਰ ਲੈਣਾ ਤੁਹਾਡੇ ਕੋਲ। ਠੀਕ ਹੈ ਜੀ। ਸਿਮਿਲਰਲੀ ਜਿਹ 'ਚ ਡੈਫੀਨੇਸ਼ਨਸ ਲੱਗਦੀਆਂ ਨੇ, ਅਤੇ B ਇਜ਼ ਦੀ ਡਿਵੀਜ਼ਰ ਆਫ C ਹੈਗਾ, ਤਾਂ ਉਹ ਆ ਗਿਆ। ਉੱਥੇ ਆਪਸ਼ਨ ਕੀ ਪਾ ਦੂਗਾ, C ਪਾ ਦੂਗਾ, D ਪਾ ਦੂਗਾ, B ਪਾ ਦੂਗਾ। ਸੋ ਇੱਦਾਂ ਆਪਸ਼ਨਸ ਬਣਾ ਲਏਗਾ ਅਗਲਾ, ਅਤੇ ਤੁਹਾਡਾ ਕੁਐਸਚਨ ਹੋ ਜਾਏਗਾ। ਠੀਕ ਹੈ ਜੀ। ਸੋ ਮੇਨ ਪਰਪਸ ਕੀ ਹੈ, ਕਨਸੈਪਟ ਡਿਵੈਲਪ ਕਰੋ। ਅਗਰ ਕਨਸੈਪਟ ਡਿਵੈਲਪ ਹੋ ਜਾਂਦਾ ਹੈ ਤਾਂ ਕੋਈ ਮੈਟਰ ਨਹੀਂ ਕਰਦਾ ਕਿ ਤੁਸੀਂ ਕੁਐਸਚਨ ਆਬਜੈਕਟਿਵ ਕਰ ਰਹੇ ਹੋ ਕਿ ਕੁਐਸਚਨ ਸਬਜੈਕਟਿਵ ਕਰ ਰਹੇ ਹੋ। ਠੀਕ ਹੈ ਜੀ। ਸੋ ਇਸ ਚੀਜ਼ ਨੂੰ ਆਪਾਂ ਅੱਗੇ ਲੈ ਕੇ ਚੱਲੀਏ ਜੀ। ਕੁਐਸਚਨ ਅੱਗੇ ਦੇਖੀਏ ਤੁਹਾਡੇ ਕੋਲ। ਸੋ ਕੁਐਸਚਨ ਨੰਬਰ 2 ਬਹੁਤ ਐਲੀਗੈਂਟ ਕੁਐਸਚਨਸ ਕਰਵਾ ਰਿਹਾ ਮੈਂ ਤੁਹਾਡੇ ਪਾਸ ਕਨਸੈਪਟ ਦੇ ਲਈ। ਠੀਕ ਹੈ। ਇਹਦੇ ਵਿੱਚੋਂ ਕੀ ਕਹਿੰਦਾ, ਕਹਿੰਦਾ ਇਫ A and B ਆਰ
if A and B are any two odd primes, any two odd primes, A and B are any odd primes, मान A ਤੇ भी दो नहीं हो सकते, गल खत्म है। ठीक है, ऑड प्राइम का मतलब सारे ऑड प्राइम ने, सिर्फ दोनों छड्ड के ऑड प्राइम्स। ठीक है, दैन तुहाडे पास जिहड़ा हैगा ए स्केयर माइनस बी स्केयर इज़ कंपोजिट। ठीक है, तो तुहानूं उन्हें ऐ नहीं कहना ए स्केयर बी स्केयर इज़ कंपोजिट, उन्हें कहना दैन विच ऑफ द फॉलोइंग इज़ कंपोजिट, ए स्केयर माइनस बी स्केयर, ए स्केयर प्लस बी स्केयर, कोई होर ऑप्शन बना देगा तुहाडे कोल। ठीक है जी, अगर आपां क्वेश्चन करिए तुहाडे कोल बई जिहड़ा हैगा है ਹੁਣ ਉਹਨੇ ਕੁਐਸਚਨ ਦੇ ਵਿੱਚ ਕੀ ਕਿਹਾ ਹੈਗਾ ਹੈ ਤੁਹਾਡੇ ਕੋਲ, ਆਪਾਂ ਨੇ ਕੀ ਕਰਨਾ ਹੈਗਾ ਹੈ। ਕੰਪੋਜ਼ਿਟ ਦੀ ਡੈਫੀਨੇਸ਼ਨ ਕੀ ਹੈ? ਕੰਪੋਜ਼ਿਟ ਦੀ ਡੈਫੀਨੇਸ਼ਨ ਹੈ ਜਿਹੜਾ ਪ੍ਰਾਈਮ ਨਹੀਂ ਹੁੰਦਾ ਉਹ ਕੰਪੋਜ਼ਿਟ ਹੁੰਦਾ, ਜਿਹੜਾ ਪ੍ਰਾਈਮ ਨਹੀਂ ਹੁੰਦਾ ਉਹ ਕੰਪੋਜ਼ਿਟ ਹੁੰਦਾ ਹੈ। ਪੱਕੀ ਗੱਲ ਹੈ ਤੁਹਾਡੇ ਕੋਲ। ਠੀਕ ਹੈ, ਹੁਣ ਤੁਸੀਂ ਕਿਹਾ ਕਿ ਆਡ ਪ੍ਰਾਈਮ ਹੋ, ਤਾਂ ਤੁਸੀਂ ਇਹ ਸਿਰਫ ਮੈਂ ਤੁਹਾਨੂੰ ਸਿਰਫ ਅਪਰੋਚ ਦੱਸ ਰਿਹਾ ਜੀ ਕਿੱਦਾਂ ਦੀ। ਮੈਂ ਤਾਂ ਸਿਰਫ ਦੇ ਦਿੱਤਾ ਕਿ ਏ ਸਕੇਅਰ ਮਾਈਨਸ ਬੀ ਸਕੇਅਰ ਇਜ਼ ਕੰਪੋਜ਼ਿਟ। ਤੁਹਾਨੂੰ ਕੀ ਕੁਐਸਚਨ ਹੋਊਗਾ? ਵਿਚ ਆਫ ਦਾ ਫੋਲੋਇੰਗ ਇਜ਼ ਕੰਪੋਜ਼ਿਟ, ਨੀਚੇ ਆਪਸ਼ਨਸ ਹੋਣਗੀਆਂ। ਤਾਂ ਜੇ ਆਡ ਪ੍ਰਾਈਮ ਹੈ ਨਾ ਤਾਂ ਲੈ ਲਈਦਾ, ਇਹਨੂੰ 2k+1 ਲੈ ਲਓ, ਕੋਈ ਦਿੱਕਤ ਵਾਲੀ ਗੱਲ ਨਹੀਂ। ਬੀ ਨੂੰ ਤੁਸੀਂ 2k-+1 ਕਰ ਲਓ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ। ठीक है, सो जे तुसी ए माइनस बी निकालोगे ਉਹਦੇ ਵਿੱਚ ਭਰਨ ਨਾਲੋਂ ਚੰਗਾ ਨਾ ਉਹਨੂੰ ਆਪਾਂ ਫੈਕਟਰ ਬਣਾ ਲਾਂਗੇ 2k - k'। ਠੀਕ ਹੈ, ਤੇ ਜੇ ਮੈਂ a + b ਨਿਕਾਲਣਾ ਉਹ ਹੋਊਗਾ 2k + 2k'+1। तो ਅਲਟੀਮੇਟਲੀ ਇਹਦੇ ਵਿੱਚੋਂ ਵੀ ਤੁਹਾਡੇ ਕੋਲ ਠੀਕ ਹੈ, ਤੇ ਜਿਸ ਨੂੰ ਅਸੀਂ ਕੰਪੋਜ਼ਿਟ ਸ਼ੋ ਕਰਨਾ ਉਹਦੇ ਆਹ ਵਾਲੇ ਫੈਕਟਰ ਬਣ ਜਾਣਗੇ। ਹੁਣ ਅਗਰ ਇਹਨੂੰ ਪ੍ਰਾਈਮ ਸ਼ੋ ਕਰਨਾ ਹੁੰਦਾ, ਮੈਂ ਪ੍ਰਾਈਮ ਵਾਲਾ ਕੁਐਸਚਨ ਵੀ ਕਰਵਾਉਂਗਾ ਇੱਕ ਤੁਹਾਡੇ ਕੋਲ, ਤਾਂ ਜੋ ਤੁਹਾਨੂੰ ਗੱਲ ਅੱਛੀ ਤਰ੍ਹਾਂ ਸਮਝ ਆ ਜੇ। ਜੇ ਪ੍ਰਾਈਮ ਸ਼ੋ ਕਰਨਾ ਹੋਵੇ ਤਾਂ ਇਹਦੇ ਵਿੱਚੋਂ ਇੱਕ ਫੈਕਟਰ ਨੂੰ 1 ਜ਼ਰੂਰ ਸ਼ੋ ਕਰਨਾ ਹੁੰਦਾ। ਜੇ ਕੰਪੋਜ਼ਿਟ ਸ਼ੋ ਕਰਨਾ ਹੋਵੇ ਤਾਂ ਇਹਦੇ ਵਿੱਚੋਂ ਇੱਕ ਫੈਕਟਰ ਨੂੰ ਸ਼ੋ ਕਰਨਾ ਹੁੰਦਾ ਵੀ ਜਿਹੜਾ ਹੈਗਾ ਇਹ 1 ਤੋਂ ਇਲਾਵਾ ਹੈਗਾ ਤੁਹਾਡੇ ਕੋਲ। ਠੀਕ ਹੈ ਜੀ, ਹੁਣ ਸਿੰਪਲ ਜੀ ਗੱਲ ਹੈ, ਆ ਵੀ 2 ਦਾ ਮਲਟੀਪਲ ਹੈ, ਆ ਵੀ ਇਹ ਵੀ ਜਿਹੜਾ a - b ਹੈਗਾ ਤੁਹਾਡੇ ਕੋਲ, ਇਹ ਤੁਸੀਂ ਜੇ ਦੇਖੋਗੇ ਤਾਂ ਉਹਦੀ ਵੈਲਿਊ ਆ ਆਈ ਹੈ। ਆਹ ਵਾਲੀ ਜਿਹੜੀ ਵੈਲਿਊ ਹੈ ਇਹਦੀ ਵੈਲਿਊ ਵੀ ਆ ਆਈ ਹੈ। ਸੋ ਦੋਨੋਂ ਹੀ 2 ਦੇ ਮਲਟੀਪਲਸ ਨੇ। ਜੇ 2 ਦੇ ਮਲਟੀਪਲਸ ਨੇ ਤਾਂ ਡੈਫੀਨੇਟਲੀ 1 ਤਾਂ ਹੋ ਨਹੀਂ ਸਕਦਾ ਤੁਹਾਡੇ ਕੋਲ। ਠੀਕ ਹੈ ਜੀ, 1 ਹੋ ਨਹੀਂ ਸਕਦਾ ਤੁਹਾਡੇ ਪਾਸ। ਠੀਕ ਹੈ, ਇਹਦਾ ਮਤਲਬ ਹੈਗਾ ਇਹ ਜੇ ਦੋ ਫੈਕਟਰ 'ਚੋਂ ਇੱਕ 1 ਨਾ ਹੋਵੇ। ਪ੍ਰਾਈਮ ਦੀ ਡੈਫੀਨੇਸ਼ਨ ਕੀ ਹੁੰਦੀ ਹੈ? ਪ੍ਰਾਈਮ ਦੀ ਡੈਫੀਨੇਸ਼ਨ ਹੁੰਦੀ ਇੱਕ ਫੈਕਟਰ 1 ਹੁੰਦਾ, ਇੱਕੋ ਨੰਬਰ ਖੁਦ ਹੁੰਦਾ, ਪਰ ਇਹ ਫੈਕਟੋਰਾਈਜ਼ ਹੋ ਗਿਆ ਤੇ ਇਹ ਵੀ 2 ਦਾ ਮਲਟੀਪਲ ਹੈ, ਇਹ ਵੀ 2 ਦਾ ਮਲਟੀਪਲ ਹੈ। ਇਹਦਾ ਮਤਲਬ ਇੱਕ ਨਾਲੋਂ ਜ਼ਿਆਦਾ ਫੈਕਟਰਸ ਤੁਹਾਡੇ ਐਗਜ਼ਿਸਟ ਕਰਦੇ ਨੇ। ਇਹਦਾ ਮਤਲਬ ਤੁਸੀਂ ਜਿਹੜਾ ਹੈਗਾ ਇਹ ਕੰਪੋਜ਼ਿਟ ਹੋਵੋਗੇ। ਸੋ ਇਹ ਅਪਰੋਚ ਤੁਹਾਡੇ ਕੰਮ ਆਊਗੀ। ਬੇਸਿਕਲੀ ਤੁਹਾਡੀ ਸਟਰੈਸ ਕਿਹਦੇ ਉੱਤੇ? ਤੁਹਾਡੀ ਸਟਰੈਸ ਅਪਰੋਚ ਦੇ ਉੱਤੇ ਹੈਗੀ ਹੈ ਤੁਹਾਡੇ ਕੋਲ। ਠੀਕ ਹੈ ਜੀ, ਮੈਂ ਤੁਹਾਨੂੰ ਫਿਰ ਇਸੇ ਤਰ੍ਹਾਂ ਦਾ ਕੁਐਸਚਨ ਦੱਸ ਦੇਵਾਂ ਵੀ ਜੇ ਪ੍ਰਾਈਮ ਸ਼ੋ ਕਰਨਾ ਹੁੰਦਾ ਤਾਂ ਕਿਸ ਤਰ੍ਹਾਂ ਦੀ ਸਟੋਰੀ ਬਣਦੀ। ਆਪਾਂ ਤੀਜਾ ਕੁਐਸਚਨ ਲੈ ਲੈਂਦੇ ਹਾਂ। ਸੋ ਬੇਸਿਕ ਫੰਡਾ ਅਪਰੋਚ ਦਾ ਹੈ ਜੀ। ਅਪਰੋਚ ਸਿੱਖੋ, ਬੇਸਿਕਸ 'ਤੇ ਸਟਰੈਸ ਕਰੋ। ਤੁਹਾਡੇ ਪਾਸ ਜਿਹੜਾ ਹੈਗਾ ਕੋਈ ਵੀ ਦੁਨੀਆ 'ਚ ਬੰਦਾ ਕਲੇਮ ਨਹੀਂ ਕਰ ਸਕਦਾ ਵੀ ਮੇਰੇ ਵਾਲਾ ਕੁਐਸਚਨ ਪੇਪਰ 'ਚ ਆਊਗਾ। ਹਾਂ, ਬਟ ਆਪਣੇ ਐਕਸਪੀਰੀਅੰਸ ਤੋਂ ਬੰਦਾ ਕਹਿ ਸਕਦਾ ਇੱਦਾਂ ਦੀ ਪੋਸੀਬਿਲਿਟੀ ਬਣ ਸਕਦੀ ਹੈ। ਜੇ ਆ ਜਾਵੇ ਤਾਂ ਮੌਜਾਂ ਲੱਗ ਗਈਆਂ ਤੁਹਾਡੇ ਪਾਸ। ਠੀਕ ਹੈ, ਪਰ ਜੇ ਤੁਸੀਂ ਕਹੋ ਮੈਂ ਕਲੇਮ ਕਰ ਦੂੰ ਜਾਂ ਕੋਈ ਹੋਰ ਬੰਦਾ ਕਲੇਮ ਕਰ ਦੂੰ, ਨਹੀਂ ਜੀ ਆਹੀ ਆਣਾ ਨਹੀਂ। ਇੱਕ ਸੰਭਾਵਨਾ, ਇੱਕ ਪੋਸੀਬਿਲਿਟੀ ਹੁੰਦੀ ਹੈ। ਰੈਂਡਮ ਐਕਸਪੈਰੀਮੈਂਟ ਹੈ, ਪੋਸੀਬਿਲਿਟੀਜ਼ ਹੋ ਸਕਦੀਆਂ ਵੀ ਪਰ ਪ੍ਰੈਡਿਕਟ ਨਹੀਂ ਕਰ ਸਕਦੇ ਤੁਸੀਂ ਕਿ ਆਹੀ ਪੋਸੀਬਿਲਿਟੀ ਹੈ। ਠੀਕ ਹੈ, ਲੋ ਜੀ ਮੈਂ ਤੀਜਾ ਕੁਐਸਚਨ ਲਿਖਦਾ ਵਾਂ। ਇਫ a ਸਕੇਅਰ - b ਸਕੇਅਰ ਇਜ਼ ਪ੍ਰਾਈਮ ਨੰਬਰ, ਇਜ਼ ਪ੍ਰਾਈਮ ਨੰਬਰ। ਇਫ a ਸਕੇਅਰ - b ਸਕੇਅਰ ਇਜ਼ ਪ੍ਰਾਈਮ ਨੰਬਰ। ਠੀਕ ਹੈ ਜੀ, ਤੇ ਜਿਹੜਾ ਹੈਗਾ ਤੁਹਾਡੇ ਕੋਲ ਅਗਰ ਉਹਨੇ ਕਿਹਾ ਇਹ ਪ੍ਰਾਈਮ ਨੰਬਰ ਹੈ, ਥੋੜ੍ਹਾ ਜਿਹਾ ਉਹਦੇ ਨਾਲ ਸਿਮਿਲਰ ਹੈ, ਦੇਖਿਓ ਮਾੜਾ ਜਿਹਾ ਵੀ ਕੀ ਕਹਿੰਦਾ ਹੈਗਾ। ਪ੍ਰਾਈਮ ਨੰਬਰ ਸ਼ੋ ਦੈਟ a ਸਕੇਅਰ - b ਸਕੇਅਰ ਇਜ਼ ਇਕੁਅਲ ਟੂ a + b। ਠੀਕ ਹੈ ਜੀ, ਕਹਿੰਦਾ ਵੀ ਜਿਹੜਾ ਹੈਗਾ ਤੁਹਾਡੇ ਕੋਲ ਕਿ ਅਗਰ a ਸਕੇਅਰ - b ਸਕੇਅਰ ਪ੍ਰਾਈਮ ਨੰਬਰ ਹੈ ਦੈਨ ਤੁਸੀਂ ਸ਼ੋ ਕਰੋ ਕਿ ਆਹ ਹੁੰਦਾ ਹੈ। ਤੁਸੀਂ ਤੁਹਾਨੂੰ ਪੇਪਰ 'ਚ ਓਬਜੈਕਟਿਵ ਟਾਈਪ ਕੁਐਸਚਨ ਆਏਗਾ, ਦੈਨ ਉਹ ਕਹੇਗਾ a ਸਕੇਅਰ - b ਸਕੇਅਰ ਇਜ਼ ਇਕੁਅਲ ਟੂ ਵਿਚ ਆਫ ਦਾ ਫੋਲੋਇੰਗ। ਉਹ 'ਚੋਂ ਕਹਿ ਸਕਦਾ a - b, a + b, a2ab, ਕੁਛ ਵੀ ਕਹਿ ਸਕਦਾ, ਆਪਸ਼ਨਸ ਬਣਾ ਸਕਦਾ। ਸੋ ਇਸ ਕਰਕੇ ਇੱਕ ਉਹ ਮਿਸਕਨਸੈਪਸ਼ਨ ਨਾ ਲੈਣਾ ਕਿ ਸਰ ਤਾਂ ਸਬਜੈਕਟਿਵ ਕੁਐਸਚਨ ਕਰਾ ਰਹੇ ਨੇ ਬਈ ਮੈਨੂੰ ਤਾਂ ਉੱਥੇ ਓਬਜੈਕਟਿਵ ਆਉਣੇ, ਔਰ ਮੈਂ ਡੇ 1 'ਚ ਕਿਹਾ ਸੀਗਾ ਪੇਪਰ ਗਾਈਡਾਂ ਨਾਲ ਨਹੀਂ ਕਲੀਅਰ ਹੋਣੇ। ਅਗਰ ਤੁਸੀਂ ਕਹਿੰਦੇ ਹੋ ਵੀ ਨੰਬਰ ਥਿਊਰੀ ਪੜ੍ਹਨੀ ਹੈ, ਮੈਂ ਤੁਹਾਨੂੰ ਸੈਕਿੰਡ ਲੈਕਚਰ 'ਚ ਕਿਹਾ ਸੀਗਾ ਨੰਬਰ ਥਿਊਰੀ ਇੱਕੋ ਕਿਤਾਬ ਤੋਂ ਆਉਣੀ ਹੈ, ਡੇਵਿਡ ਐਮ ਬਾਟਨ।
ठीक है जी। अगर बेसिक नंबर थ्योरी अगर तुम कहो मैं एडवांस लैनी हैगी है, एनालिटिकल लैनी है, फिर टी अपोस्टल है, टॉम अपोस्टल है, बहुत किताबां ने आगे जाके, ठीक है। बट बेसिक जी है जी 11 का बच्चा वरतदा है तो MSc का भी वरतदा है, वो बटन वाली ही है। सो शो दैट दिस इज़ है ना ओके। हुण आपां मैं तुहानूं पिछले वाले इहनूं आपां ये कह दिता, ठीक है जी। हुण इहदे बारे कहा गया है प्राइम है, मैं तो सिर्फ डेफिनेशन एलैबोरेट करनी। जे प्राइम है तो ये सिर्फ 2 फैक्टर्स होंगे ने, 1 एंड जोड़ा है नंबर इट सैल्फ, ठीक है जी। तो यदा मतलब प्राइम है तो यदा मतलब जोड़ा एक फैक्टर तो वह 1 होगा ही होगा। हुण इत्थे बच्चा सवाल करता तो फिर मैं A माइनस बी नूं 1 ले लेना, देयरफॉर इत्थे A² माइनस B² इज इक्वल टू A प्लस B आ गया, ठीक है जी। हुण इत्थे बड़ा एक क्वेश्चन अराइज होंदा तुहाडे कोल, ठीक है। इत्थे कोई सियाणा बच्चा हुंदा ते ओह कहंदा भी सर तुसीं इसनूं 1 क्यों नहीं लिया, या क्या इसनूं 1 लैके आपां A माइनस B नूं तुहाडे कोल जिहड़ा हैगा ओह कर सकदे हां तुहाडे कोल जिहड़ा हैगा है, ठीक है। नहीं, कारण ये हैगा तुहाडे कोल कि अगर आपां देखिए A माइनस B तो A प्लस B वड्डा हुंदा हैगा, आपां नूं पता हैगा तुहाडे कोल, ठीक हो गया जी। हाँ जी, जदों असी प्राइम की डेफिनेशन लै रहे हैं तुहाडे कोल तो असी नैगेटिव प्राइम्स नहीं लैंदे हुंदे, ठीक है। आपां प्राइम पॉजिटिव च डिफाइन करते हैं तो पॉजिटिव नंबर ने श्योरली जोड़ नैगेटिव तो वड्डा हुंदा, तो फिर छोटी चीज़ नूं ही 1 कवांगे, वड्डी नूं थोड़ी 1 कह दांगे तुहाडे कोल, ठीक हो गया जी। सो इस करके जे तुहाडे दिमाग 'च कोई इदां दा ख्याल आंदा सो दैन ये रिजल्ट हो गया। और ये तुहाडे ये क्वेश्चनस तुहाडे इन्ने अच्छे कंसैप्ट डिवेलप कर देणगे तुहाडे कोल भी तुहानूं डिविजिबिलिटी ते क्वेश्चन आ जाए, आपां चौथे लैसन च कॉन्ग्रेंस करांगे, यूलर पाई फंक्शन करांगे, बहुत चीज़ें मतलब हो सकता तुहाडे चों तुहानूं बहुत अच्छी नंबर थ्योरी आंदी होवे, बट ये जस्ट एक गाइडेंस है कि तुसीं MSc की किताब चों क्वेश्चन किवें छांटने ने, बस भी किहड़े तरह के क्वेश्चन मैनूं पेपर विच आ सकते हैं, तो इस चीज़ ते आपां फोकस करना, ठीक है जी। जे तुहाडे कोल जे मैं एग्जाम्पल लवां इहदी तो बड़े आराम नाल एग्जाम्पल ली जा सकती है, क्योंकि उन्हें कहा सी A² माइनस B² इज़ ए प्राइम नंबर, ठीक है। जे तुसीं उरे 3² माइनस 2² लिखो, सोच के देखो। सो 3 प्लस 2 ते 3 माइनस 2, एक फैक्टर 1 आ गया, एक 3 प्लस 2 आ गया। सो इट मीनस A², क्योंकि कई बच्चे सोचते भी सर ये हो किवें सकदा A² A प्लस B, आ थोड़े सामने A² माइनस B² सी तो सिर्फ A प्लस B ही बन गया। सो ऐदां भी हो जाता हुंदा तुहाडे कोल। सो मेरा ख्याल है जी इस क्वेश्चन च थोड़े जिहड़े डाउट्स होणगे भी मैं क्लीयर करते तुहाडे कोल जिहड़ा हैगा, क्योंकि बहुत अच्छा क्वेश्चन है, ठीक है जी। सो चलिए जी अगे क्वेश्चन के उत्ते तुहाडे कोल, ठीक है। तो तुहानूं 2 लैक्चर इकट्ठे ही मिल जाने ने, 3 और 4 तुहाडे कोल मैं इकट्ठे ही रिकॉर्ड करके पा देने ने तुहाडे कोल, ठीक है। डिले जरूर होया पर फिर लगातार भी बन जाते होंगे, ठीक है। हुण एक क्वेश्चन है, इफ कहंदा A डिवाइड्स C, B डिवाइड C, A भी C नूं डिवाइड करदा, B भी C नूं डिवाइड करदा, तो AB ते C दा GCD 1 है, तो तुसीं शो की करना भी AB भी C नूं डिवाइड कर दी। सो क्वेश्चन सिर्फ एक फंडा पकड़ो, फंडा A डिवाइड्स C, यदा मतलब C इज इक्वल टू A इंटू N1 होगा, गल मुक्की। N1 कोई भी इंटीजर है, N1 मैं दोबारा नहीं लिखूँगा, तो डेफिनेशन आती है, ठीक है जी। A डिवाइड C, देयरफॉर C इज इक्वल टू तुहाडे पास हो अगेन, ठीक है जी। तुहाडे कोल जिहड़ा हैगा है फिर B डिवाइड भी C ही हैगा तुहाडे पास, देयरफॉर C इज इक्वल टू B कोई N2 हो जाऊगा, N2 बिलोंग टू इंटीजर हो जाऊगा, हो गया जी। इन्हां दा GCD 1 है, यदा मतलब AX प्लस BY इज इक्वल टू 1 हो जाएगा, बड़े आराम नाल हो जाएगा, ठीक है जी। तो C क्योंकि आपां जे है अपने कोल आह वाली चीज़ हैगी है तुहाडे कोल C दी वैल्यू, इत्थे भी अपने को C दी ही वैल्यू हैगी है तुहाडे कोल, ठीक है जी। तो हुण क्या आपां कनैक्ट कर सकते हैं तुहाडे कोल जिहड़ा हैगा है बेस नूं तुहाडे कोल, ठीक है। हाँ जी कर सकते हैं। जे मान लो मैं C नाल मल्टीप्लाई कर ला, ACX BCY इक्वल टू C, कोई दिक्कत नहीं, C आ गया। C दी आपां जे वैल्यूज़ हुण फिल करनी शुरू करिए, ठीक है। C दी वैल्यू, ठीक है, C इज इक्वल टू AN1 हैगा है तुहाडे कोल। देखो आपां मेरा सिर्फ परपस की है उत्थे फोकस करियो। AB डिवाइड C है ना, ਇਹਦਾ मतलब है C इज इक्वल टू AB इंटू कोई इंटीजर N3,
ਇਹਦਾ ਮਤਲਬ ਤੁਸੀਂ ਸਾਰੇ ਫਾਰਮੂਲੇ 'ਚੋਂ ਮੈਨੂੰ ਸਿਰਫ ਏ ਬੀ ਕਾਮਨ ਕੱਢ ਕੇ ਦਿਖਾਉਣਾ ਹੈ ਬਸ। ਅਤੇ ਜੇ ਕਾਮਨ ਕੱਢ ਕੇ ਦਿਖਾਉਣਾ ਹੈ ਏ ਬੀ, ਤਾਂ ਉਸ ਤਰ੍ਹਾਂ ਤੁਸੀਂ ਤੁਹਾਡੇ ਕੋਲ 2 ਸੀ ਬੈਠੀਆਂ ਨੇ। ਹੁਣ ਬੰਦੇ ਨੇ ਜੇ ਲਿਆ ਕੇ ਇਹਦੀ ਉਰੇ ਭਰ ਦਿੱਤੀ ਨਾ, ਤਾਂ ਉਹਦਾ ਏ ਸਕੇਅਰ ਬਣ ਜਾਣਾ। ਉਰੇ ਵੀ ਭਰਤੀ, ਸੋ ਉਲਟਾ ਭਰਨਾ, ਆਹ ਵਾਲੀ ਲਿਆ ਕੇ ਇੱਥੇ ਭਰ ਲੈਣਾ, ਆਹ ਵਾਲੀ ਲਿਆ ਕੇ ਇੱਥੇ ਭਰ ਲੈਣਾ। ਸੋ ਜਿਹੜਾ ਹੈਗਾ ਏ, ਸੀ ਦੀ ਵੈਲਿਊ BN2 ਭਰ ਦਿਓ, ਐਕਸ ਫਿਰ ਬੀ, ਠੀਕ ਹੈ, ਸੀ ਦੀ ਵੈਲਿਊ AN1 ਕਰ ਲਓ ਤੁਹਾਡੇ ਕੋਲ, ਅਤੇ ਇਕੁਅਲ ਟੂ ਸੀ। ਏ ਬੀ ਮੇਰਾ ਕਾਮਨ ਆ ਗਿਆ N2X ਪਲਸ A11। ਇਹ ਨੰਬਰ ਥਿਊਰੀ ਦੀ ਬਿਊਟੀ ਹੈ, ਏ ਬੀ ਇੰਟੂ ਸਮਥਿੰਗ ਤੁਹਾਡੇ ਕੋਲ ਇੰਟੀਜਰ, ਦੇਅਰਫੋਰ ਏ ਬੀ ਡਿਵਾਈਡਸ ਸੀ। ਸੋ ਮੇਰਾ ਕੁਐਸਚਨ ਹੋ ਗਿਆ ਤੁਹਾਡੇ ਕੋਲ, ਠੀਕ ਹੋ ਗਿਆ ਜੀ। ਤੁਹਾਡੇ ਕੋਲ ਮੇਰਾ ਖਿਆਲ ਹੈ ਕੋਈ ਐਡੀ ਲੰਬੀ ਚੌੜੀ ਗੱਲਬਾਤ ਹੈ ਨਹੀਂ ਗੀ, ਅਤੇ ਇਹ ਤੁਸੀਂ ਥੋੜ੍ਹਾ ਜਿਹਾ ਸਮਝ ਕੇ ਕਿਹੜੀ ਕਿੱਥੇ ਪਾਉਣੀ ਹੈ, ਇਹ ਵਾਲੀ ਚੀਜ਼ ਜਿਹੜੀ ਹੈਗੀ ਆਪਾਂ ਖਿਆਲ ਰੱਖਣੀ, ਠੀਕ ਹੈ ਜੀ। ਉਸ ਤੋਂ ਬਾਅਦ ਇੱਕ ਬੜਾ ਐਲੀਗੈਂਟ ਰਿਜ਼ਲਟ ਹੈਗਾ, ਔਰ ਉਹ ਰਿਜ਼ਲਟ ਕੀ ਹੈਗਾ ਤੁਹਾਡੇ ਕੋਲ ਆਪਾਂ ਦੇਖੀਏ ਤੁਹਾਡੇ ਕੋਲ, ਠੀਕ ਹੈ। ਰਿਜ਼ਲਟ ਜਿਹੜਾ ਹੈਗਾ ਏ, ਉਹ ਰਿਜ਼ਲਟ ਤੁਸੀਂ ਮੈਮੋਰਾਈਜ਼ ਕਰਨਾ ਹੈਗਾ। ਉਹ ਹੈਗਾ ਪ੍ਰੋਡਕਟ ਆਫ ਆਰ ਕੰਜ਼ੈਕਟਿਵ ਇੰਟੀਜਰਸ, ਪ੍ਰੋਡਕਟ ਆਫ ਆਰ ਕੰਜ਼ੈਕਟਿਵ sorry, product of r consecutive integers, r consecutive numbers कह लो चाहे, is divisible by r factorial, is divisible by r factorial। अरे ਜਿਹੜੇ ਇੰਟੀਜਰ ਇਹ ਪੋਜ਼ੀਟਿਵ ਹੀ ਹੋਣਗੇ, ਇੰਟੀਜਰ ਨੈਗੇਟਿਵ ਨਹੀਂ ਲੈਣੇ। ਇੰਡਕਸ਼ਨ ਨਾਲ ਪ੍ਰੂਫ ਹੁੰਦਾ ਨਾ, ਅਤੇ ਇੰਡਕਸ਼ਨ ਨੈਚੁਰਲ ਨੰਬਰ, ਜਾਂ ਇੰਡਕਸ਼ਨ ਨਾਲ ਪ੍ਰੂਫ ਹੁੰਦਾ ਜਾਂ ਕੰਬੀਨੇਸ਼ਨ ਨਾਲ ਹੁੰਦਾ, ਉੱਥੇ ਐਨ ਤੁਹਾਡੇ ਇੰਟੀਜਰ ਪੋਜ਼ੀਟਿਵ ਹੀ ਹੁੰਦੇ। ਪ੍ਰੋਡਕਟ ਆਫ ਆਰ ਕੰਜ਼ੈਕਟਿਵ ਇੰਟੀਜਰਸ ਜਾਂ ਨੰਬਰਸ ਇਜ਼ ਡਿਵਿਜ਼ੀਬਲ ਬਾਈ ਆਰ ਫੈਕਟੋਰੀਅਲ, ਡਿਵਿਜ਼ੀਬਲ ਬਾਈ ਆਰ ਫੈਕਟੋਰੀਅਲ, ਠੀਕ ਹੈ ਜੀ। ਸੋ ਇਹ ਰਿਜ਼ਲਟ ਬਹੁਤ ਜ਼ਿਆਦਾ ਐਲੀਗੈਂਟ ਰਿਜ਼ਲਟ ਹੈ, ਔਰ ਇਹ ਰਿਜ਼ਲਟ ਨੇ ਕੰਮ ਬਹੁਤ ਜ਼ਿਆਦਾ ਆਉਣਾ, ਕੰਮ ਬਹੁਤ ਜ਼ਿਆਦਾ ਆਉਣਾ ਤੁਹਾਡੇ ਕੋਲ। ਕਿਵੇਂ ਮੈਂ ਤੁਹਾਨੂੰ ਕਹਿ ਦਾਂ, ਐਵੇਂ ਲਿਖਾਂ, ਸਮ ਆਫ ਏ ਨੰਬਰ, sum of a number and its square is number 1 always even, number 2 always odd, ठीक है जी, नंबर 3 may be even और odd, दोनों पॉसिबिलिटीज़, डी कहती नन। सो लो ये उत्ते आप क्वेश्चन बनाता, सम ऑफ ए नंबर एंड इट्स स्केयर इज़ नंबर ऑन ऑलवेज ईवन ऑलवेज ऑड, है ना, मे बी ईवन और ऑड सिचुएशन पर डिपेंड करता। तो हम बंदे ने सिंपल क्या कहता, एक नंबर ले लो, एक नंबर का स्केयर ले लो, कॉमन कट लो, 2 कंजैक्ट, ਇਹਦਾ मतलब एक डिविजिबल बाय क्या होगा 2 फैक्टोरियल, वो 2 ਜਿਹੜੀ चीज़ 2 ਤੇ डिवाइड होगी वो की होगी ऑलवेज ईवन क्वेश्चन होगा। सो ਇਹਦਾ मतलब ਇਹ ਰਿਜ਼ਲਟ ਇੰਨਾ ਐਲੀਗੈਂਟ ਹੈਗਾ ਤੁਹਾਡੇ ਕੋਲ ਬਈ ਤੁਸੀਂ ਇਸ ਉੱਤੇ ਕੁਐਸਚਨ ਜਿਹੜੇ ਹੈਗੇ ਬੜੇ ਵਧੀਆ ਠੀਕ ਠਾਕ ਢੰਗ ਨਾਲ ਤੁਹਾਡੇ ਕੁਐਸਚਨ ਬਣ ਸਕਦੇ ਨੇ। ਮੈਂ ਇੱਕ ਕੁਐਸਚਨ ਹੋਰ ਲੈਣਾ ਵਾ ਜੀ ਤੁਹਾਡੇ ਕੋਲ, ਠੀਕ ਹੈ।